ॐ सर्वधर्मा 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 ਸੁਮੁੱਤਿਆਂ ਸਿਰਸੱਥ ਨਿਵਾਸ ਜਗਤ ਪ੍ਰੰਡੇ। ਦਾਸ ਦਾ ਸਿਰ ਪੂਰੀ ਕਾਇਨਾਤ ਅੱਗੇ ਝੁਕਦਾ ਹੈ ਕਿਉਂਕਿ ਮੇਰਾ ਪ੍ਰੀਤਮ ਪਿਆਰਾ ਈਸ਼ਵਰ ਅੱਲਾ ਗਾਡ ਅਕਾਲ ਪੁਰਖ ਵਾਹਿਗੁਰੂ ਜਿਹੜੇ ਜਿਹੜੇ ਪੱਤੇ ਪੱਤੇ ਕਣ ਕਣ ਵਿੱਚ ਵਿਰਾਜਮਾਨ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੂੰ ਪਿਆਰੀ ਸਾਧ ਸੰਗਤ, ਦਾਸ ਇਹ ਗੱਲ ਅੱਜ ਦੇ ਵਿਸ਼ੇ ਵਿੱਚ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ, ਕਿਉਂਕਿ ਇਹ ਤਾਂ ਅੱਗੇ ਅਧਿਆਇ ਵਾਈਜ਼ ਵੀ ਆਪਾਂ ਚੱਲ ਪਾਂਗੇ, तो पहला अध्याय आ जाता है कुरुक्षेत्र का युद्ध। तो आप उस पासे बाद में जाके सब तो पहला सानू ज्ञान होना बहुत ज़्यादा जरूरी है। ब्रह्म ज्ञान, सानू रब का ज्ञान होना बहुत ज़्यादा जरूरी है। तो इत्थे दास क्लीयर करना चाहता है कि सानू सब जीवां नू इस गल का पता होना चाहिए है कि परमात्मा एक है। इस परमात्मा की एकता विच अनेकता है। परमात्मा सर्वव्यापक है, परमात्मा अजन्मा है, परमात्मा अविनाशी है। इस तरह दी बहुत सारिया पहचाना सानू भागवत गीता विच मिलदियां। भगवान श्री कृष्ण भी इसी तरह ही कह रहे हैं, पर सस्पेंस ये क्रिएट हो जाता है कि असी ये सोचते हैं कि भगवान श्री कृष्ण कह रहे हैं कि मैं अजन्मा। आप इत्थे एक गल इस गल ते लै लईए कि भगवान श्री कह रहे हैं कि मैं अजन्मा, लेकिन भगवान श्री कृष्ण ने जन्म भी लिया और इस दुनिया तो गए भी, फिर अजन्मे किदां होए, अविनाशी किदां होए, ये सस्पेंस क्लियर करना आप। तो ये भागवत गीता जो है ये आदि ग्रंथ है, ये सतयुग तो चले आ रहा है। ये भगवान श्री कृष्ण द्वापर युग विच आए, लेकिन ये ग्रंथ जिहड़ा है ये आदि ग्रंथ है, ये सतयुग तो चले आ रहा है। तो भागवत गीता ही क्लियर कर रही है कि ये ज्ञान जो है ये सब तो पहला सूर्यदेव नूं होया। सूर्यदेव तो मनु तो अश्वाकू नूं, फिर रघुकुल रीत भी चलिया, लेकिन एक जगह ते आके आलोप हो गया। तो भगवान श्री कृष्ण ने इस ज्ञान नूं दोबारा, मतलब इस ज्ञान नूं दोबारा रिपीट किया है और भागवत गीता नूं एज इट इज मतलब कि हूबहू उसी तरह शब्द दर शब्द बोल के ते अर्जन नूं सुनाया। हुण उत्थे ये जिहड़ी गल है ये क्लीयर हुंदी है कि भगवान श्री कृष्ण जिस तरह 7वें अध्याय के 8वें श्लोक 7वें अध्याय के 8वें श्लोक दे विच भगवान श्री कृष्ण कह रहे हैं कि हे कुंती पुत्र, मैं पानी का स्वाद हाँ, सूरज ते चंद का प्रकाश हाँ, वैदिक मंत्रां विच ओंकार हाँ। यह गल बड़ी ध्यान नाल सुनने वाली है। भगवान श्री कृष्ण कह रहे हैं कि मैं पानी का स्वाद हाँ, सूरज ते चंद का प्रकाश हाँ, वैदिक मंत्रां विच ओंकार हाँ, आकाश विच धुनी हाँ अते मनुख विच काबलियत हाँ। दास इस श्लोक नूं जो संस्कृत भाषा विच लिखिया है
ਸ਼ਲੋਕ ਵੀ ਪੜ੍ਹ ਕੇ ਸੁਣਾ ਦਿੰਦਾ ਹੈ। ਕਹਿ ਰਹੇ ਨੇ ਕਿ ਰਸੋ ਹਮ ਅਬ ਸੁਕਮ ਤੇ ਪ੍ਰਭਾਸਨ ਸਸ ਸੁਰੇਯੋ ਪ੍ਰਣਵ ਸਰਬ ਵਦੇਸੂ ਸਬਦੈ ਖੇ ਪ੍ਰੂਸਮ ਨਿਸ। ਇਹ ਸੰਸਕ੍ਰਿਤ ਵਿੱਚ ਸਲੋਗਨ ਐਜ ਇਟ ਇਜ਼ ਕਿਹਾ ਜਾ ਰਿਹਾ ਹੈ। ਇਸ ਸ਼ਲੋਕ ਦੀ ਵਿਆਖਿਆ ਹੈ ਕਿ ਹੇ ਕੁੰਤੀ ਪੁੱਤਰ, ਮੈਂ ਪਾਣੀ ਦਾ ਸਵਾਦ ਹਾਂ, ਸੂਰਜ ਅਤੇ ਚੰਦ ਦਾ ਪ੍ਰਕਾਸ਼ ਹਾਂ, ਵੈਦਿਕ ਮੰਤਰਾਂ ਵਿੱਚ ਓਮਕਾਰ ਹਾਂ, ਆਕਾਸ਼ ਵਿੱਚ ਧੁਨੀ ਹਾਂ ਅਤੇ ਮਨੁੱਖ ਵਿੱਚ ਕਾਬਲੀਅਤ ਹਾਂ। ਮਤਲਬ ਇਹ ਸ਼ਲੋਕ ਤੋਂ ਅਗਲਾ ਸ਼ਲੋਕ 9 ਨੰਬਰ ਆਪਾਂ 7ਵੇਂ ਅਧਿਆਏ ਦਾ 8 ਨੰਬਰ ਸ਼ਲੋਕ ਦਾਸ ਨੇ ਪੜਿਆ ਔਰ 9 ਨੰਬਰ ਸ਼ਲੋਕ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਪ੍ਰਿਥਵੀ ਦੀ ਆਦ ਸੁਗੰਧ ਅਤੇ ਅੱਗ ਦੀ ਗਰਮੀ ਹਾਂ। ਮੈਂ ਸਾਰੇ ਜੀਵਾਂ ਦਾ ਜੀਵਨ ਅਤੇ ਤਪੱਸੀਆਂ ਦਾ ਤਪ ਹਾਂ। 10ਵੇਂ ਸ਼ਲੋਕ ਵਿੱਚ ਕਹਿ ਰਹੇ ਨੇ ਦਾਸ ਬਾਰ-ਬਾਰ ਸੰਸਕ੍ਰਿਤ ਭਾਸ਼ਾ ਦੇ ਸ਼ਲੋਕ ਇਸ ਕਰਕੇ ਨਹੀਂ ਬੋਲ ਰਿਹਾ ਕਿਉਂਕਿ ਸੰਸਕ੍ਰਿਤ ਭਾਸ਼ਾ ਦਾ ਆਪ ਜੀ ਨੂੰ ਸਮਝ ਨਹੀਂ ਆਉਂਦੀ, ਉਹਦਾ ਵਿਆਖਿਆ ਬੋਲ ਰਿਹਾ ਹੈ। ਇਸੇ ਤਰ੍ਹਾਂ 9ਵੇਂ ਦਾ ਦੱਸਿਆ, ਇਸੇ ਤਰ੍ਹਾਂ 10ਵੇਂ ਦੇ ਵਿੱਚ ਕਹਿ ਰਹੇ ਨੇ ਕਿ ਹੇ ਪਰੂਥਾ ਪੁੱਤਰ, ਇਹ ਜਾਣ ਲਓ ਕਿ ਮੈਂ ਸਾਰੇ ਜੀਵਾਂ ਦਾ ਆਦ ਬੀਜ ਹਾਂ, ਬੁੱਧੀਮਾਨਾਂ ਦੀ ਬੁੱਧੀ ਅਤੇ ਸਾਰੇ ਸ਼ਕਤੀਮਾਨ ਪੁਰਖਾਂ ਦਾ ਬਾਲਾ। ਇਸੇ ਤਰ੍ਹਾਂ ਅੱਗੇ 11ਵੇਂ ਸ਼ਲੋਕ ਦੇ ਵਿੱਚ ਬੋਲ ਰਹੇ ਨੇ ਕਿ ਮੈਂ ਬਲਵਾਨਾਂ ਦੀਆਂ ਕਾਮਨਾਵਾਂ ਅਤੇ ਇੱਛਾਵਾਂ ਤੋਂ ਰਹਿਤ ਸ਼ਕਤੀ ਹਾਂ। ਮੈਂ ਬਲਵਾਨਾਂ ਦੀਆਂ ਕਾਮਨਾਵਾਂ ਅਤੇ ਇੱਛਾਵਾਂ ਤੋਂ ਰਹਿਤ ਸ਼ਕਤੀ ਹਾਂ। ਇਹ ਭਰਤ ਸ੍ਰੇਸ਼ਟ ਅਰਜਨ, ਮੈਂ ਉਹ ਕਾਮ ਹਾਂ ਜਿਹੜਾ ਧਰਮ ਦੇ ਵਿਰੁੱਧ ਨਹੀਂ। ਮੈਂ ਉਹ ਕਾਮ ਹਾਂ ਜਿਹੜਾ ਧਰਮ ਦੇ ਵਿਰੁੱਧ ਨਹੀਂ। ਤੋ ਇਸੇ ਤਰ੍ਹਾਂ ਅੱਗੇ 12 ਵਿੱਚ ਕਹਿ ਰਹੇ ਨੇ ਕਿ ਤੁਸੀਂ ਜਾਣ ਲਓ ਕਿ ਮੇਰੀ ਸ਼ਕਤੀ ਰਾਹੀਂ ਸਾਰੇ ਗੁਣ ਪ੍ਰਗਟ ਹੁੰਦੇ ਹਨ। ਤ੍ਰੈ ਗੁਣ ਤੋ ਭਾਵੇਂ ਉਹ ਸਤੋ ਗੁਣ ਹੋਣ, ਰਜੋ ਗੁਣ ਹੋਣ ਜਾਂ ਤਮੋ ਗੁਣ ਹੋਣ, ਤਮੋ ਰਜੋ ਸਤੋ, ਕਹਿ ਰਹੇ ਨੇ ਕਿ ਇਹ ਸਾਰੇ ਗੁਣ ਮੇਰੀ ਸ਼ਕਤੀ ਨਾਲ ਪ੍ਰਗਟ ਹੁੰਦੇ ਹਨ। ਇੱਕ ਤਰ੍ਹਾਂ ਨਾਲ ਮੈਂ ਸਭ ਕੁਝ ਹਾਂ, ਪਰ ਹਾਂ ਸੁਤੰਤਰ। ਇੱਕ ਤਰ੍ਹਾਂ ਨਾਲ ਮੈਂ ਸਭ ਕੁਝ ਹਾਂ ਪਰ ਹਾਂ ਸੁਤੰਤਰ। ਮੈਂ ਪ੍ਰਕਿਰਤੀ ਦੇ ਗੁਣਾਂ ਦੇ ਅਧੀਨ ਨਹੀਂ ਹਾਂ, ਸਗੋਂ ਉਹ ਮੇਰੇ ਅਧੀਨ ਹਨ। ਤੋ ਇਸੇ ਤਰ੍ਹਾਂ ਅੱਗੇ ਮਤਲਬ ਇਹ ਤ੍ਰੈ ਗੁਣ ਜਿਹੜੇ ਆ ਇਹਨਾਂ ਦੀ ਅੱਗੇ ਵਿਆਖਿਆ ਸ਼ੁਰੂ ਹੋ ਜਾਂਦੀ ਹੈ। ਚਲੋ ਇੱਕ ਅਗਲਾ 13 ਨੰਬਰ ਸ਼ਲੋਕ ਵੀ ਬੋਲ ਦਿੰਦਾ ਹੈ ਤੇ ਉਹਦੀ ਵਿਆਖਿਆ ਵਿੱਚ ਕਹਿ ਰਹੇ ਨੇ ਕਿ ਤਿੰਨਾਂ ਗੁਣਾ ਰਜੋ ਸਤੋ ਤਮੋ ਰਾਹੀਂ ਹੋਇਆ ਹੈ ਸੰਸਾਰ, ਮੈਨੂੰ ਇਹਨਾਂ ਗੁਣਾਂ ਤੋਂ ਪਰੇ ਅਤੇ ਅਵਿਨਾਸ਼ੀ ਨੂੰ ਨਹੀਂ ਜਾਣਦਾ ਹੈ। ਅਸੀਂ ਸਭ ਜੀਵ ਸਤੋ ਰਜੋ ਔਰ ਤਮੋ ਔਰ ਰਜੋ ਤੋਂ ਅਪਗ੍ਰੇਡ ਹੋ ਕੇ ਸਤੋ ਗੁਣ ਵਿੱਚ ਸਾਤਵਿਕ ਬਿਰਤੀ ਵਿੱਚ ਜਾਂਦੇ ਆ। ਤੋ ਸੋ ਇੱਥੇ ਹੁਣ ਦਾਸ ਕਲੀਅਰ ਕਰਨਾ ਚਾਹੁੰਦਾ ਹੈ ਕਿ ਜਿਹੜੀ ਗੱਲ ਭਗਵਾਨ ਸ੍ਰੀ ਕ੍ਰਿਸ਼ਨ ਅਰਜਨ ਨੂੰ 8 ਨੰਬਰ ਸ਼ਲੋਕ ਵਿੱਚ 8 ਤੋਂ ਲੈ ਕੇ 12-13 ਤੱਕ ਕਹਿ ਰਹੇ ਨੇ, ਇਸ ਗੱਲ ਦੇ ਉੱਤੇ ਵਿਚਾਰ ਕਰਨਾ। ਜਦ ਸਾਨੂੰ ਇਸ ਗੱਲ ਦੀ ਕਲੈਰਿਟੀ ਹੋ ਜਾਏਗੀ ਤੇ ਸਾਨੂੰ ਭਾਗਵਤ ਗੀਤਾ ਬਹੁਤ ਆਸਾਨੀ ਨਾਲ ਸਮਝਾਣੀ ਸ਼ੁਰੂ ਹੋ ਜਾਏਗੀ। ਹੁਣ ਦਾਸ ਇਹ ਦੱਸ ਰਿਹਾ ਸੀਗਾ ਕਿ ਇਹ ਆਦਿ ਗ੍ਰੰਥ ਹੈ, ਸਤਯੁਗ ਤੋਂ ਚੱਲਿਆ ਆ ਰਿਹਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਸਤਯੁਗ ਯੁੱਗ ਤੋਂ ਬਾਅਦ ਤ੍ਰੇਤਾ ਤੋਂ ਬਾਅਦ ਦੁਆਪਰ, ਭਗਵਾਨ ਸ੍ਰੀ ਰਾਮ ਤ੍ਰੇਤਾ ਵਿੱਚ ਆਏ ਔਰ ਦੁਆਪਰ ਤੀਸਰੇ ਨੰਬਰ ਤੇ ਜਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਆਏ। तो भगवान श्री कृष्ण अर्जुन ਨੂੰ ਇਹ भागवत गीता ਕਹਿ ਰਹੇ ਨੇ, ਸੁਣਾ ਰਹੇ ਨੇ ਐਜ ਇਟ ਇਜ਼, ਜੋ ਭਾਗਵਤ ਹੈ। तो ਇੱਥੇ ਆ ਕੇ ਭਗਵਾਨ श्री कृष्ण ਹੈ ਤਾਂ ਖੁਦ ਭਗਵਾਨ, ਪਰ ਭਗਵਾਨ ਇਸ ਗ੍ਰੰਥ ਨੂੰ ਐਜ ਇਟ ਇਜ਼ ਕਹਿ ਰਹੇ ਨੇ, ਐਜ ਇਟ ਇਜ਼ ਕਹਿ ਰਹੇ ਨੇ, ਬਿਲਕੁਲ ਜਿਸ ਤਰ੍ਹਾਂ ਇਹ ਗ੍ਰੰਥ ਹੈ। मतलब इस ग्रंथ ਨੂੰ ਐਜ ਇਟ ਇਜ਼ ਕਹਿ ਰਹੇ ਨੇ। ਹੁਣ ਦਾਸ ਇੱਥੇ ਇਹ ਦੱਸਣਾ ਚਾਹੁੰਦਾ ਹੈ ਕਿ
ਦਾਸ ਚਲੋ ਇਧਰ ਬਾਅਦ ਚ ਆਪਾਂ ਧਿਆਨ ਦਿੰਦੇ ਆ। ਪਹਿਲਾਂ ਇਸ ਗੱਲ ਵੱਲ ਧਿਆਨ ਦੇਣਾ ਹੈ ਕਿ ਦੱਸਣ ਵਾਲੀ ਗੱਲ ਇਹ ਹੈ ਕਿ ਸਾਨੂੰ ਜੀਵਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਸ ਬਾਣੀ ਨੂੰ ਐਜ ਇਟ ਇਜ਼ ਕਿਹਾ ਹੈ, ਜੋ ਸਤਜੁਗ ਤੋਂ ਚੱਲਦੀ ਆ ਰਹੀ ਸੀ। ਤਾਂ ਇੱਥੇ ਸਾਨੂੰ ਇਸ ਤਰ੍ਹਾਂ ਨਹੀਂ ਮੰਨਣਾ ਚਾਹੀਦਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੇ ਲਈ ਕਿਹਾ ਹੈ। ਇਹ ਸਿੱਖ ਦੀ ਸਿਫਤ ਕੀਤੀ ਹੈ, ਇਹ ਸਿੱਖ ਕੁਲ ਮਾਲਕ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਸਿਫਤ ਕੀਤੀ ਹੈ ਕਿ ਪ੍ਰਭੂ ਪਰਮੇਸ਼ਰ ਪਰਮਾਤਮਾ ਜਦ ਇਹ ਸੂਰਜ ਦੇਵ ਨੂੰ ਇਹ ਭਾਗਵਤ ਕਹਿ ਰਿਹਾ ਸੀ, ਇਹ ਏਦਾਂ ਕਹਿ ਰਿਹਾ ਸੀ ਐਜ ਇਟ ਇਜ਼। ਐਸੇ ਤਰ੍ਹਾਂ ਹੀ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਹਨੂੰ ਮਤਲਬ ਅਰਜਨ ਨੂੰ ਕਹਿ ਕੇ ਸੁਣਾਇਆ। ਸੋ ਇੱਥੇ ਇੱਕ ਚੀਜ਼ ਦੀ ਕਲੈਰਿਟੀ ਆਈ ਕਿ ਇਸ ਇੱਕ ਕੁਲ ਮਾਲਕ ਦੀ ਹੀ ਸਿਫਤ ਹੋ ਰਹੀ ਹੈ। ਇਹ ਇੱਕ ਕੁਲ ਮਾਲਕ ਜੋ ਪ੍ਰਭੂ ਪਰਮੇਸ਼ਰ ਪਰਮਾਤਮਾ ਹੈ, ਇਹ ਅਜਨਮਾ ਹੈ, ਇਹ ਅਵਿਨਾਸ਼ੀ ਹੈ। ਦੇਖੋ ਇਹ ਨਾ ਇਹ ਜਨਮ ਲੈਂਦਾ ਹੈ ਨਾ ਇਹ ਮਰਦਾ ਹੈ। ਦਾਸ ਦਾ ਮੇਨ ਗੱਲ ਕਰਨ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਪਰਮਾਤਮਾ ਬਾਰੇ, ਰੱਬ ਬਾਰੇ ਸਮਝ ਹੋਣੀ ਚਾਹੀਦੀ ਹੈ ਕਿ ਰੱਬ ਕੀ ਹੈ, ਕਿੱਥੇ ਰਹਿੰਦਾ ਹੈ, ਕਿੱਦਾਂ ਦਾ ਹੈ। ਤੋ ਸਾਰੇ ਵੇਦਾਂ ਦੇ ਵਿੱਚ, ਸ਼ਾਸਤਰਾਂ ਵਿੱਚ ਜੋ ਸਿਫਤ ਕੀਤੀ ਜਾ ਰਹੀ ਹੈ ਸਿੱਖ ਕੁਲ ਮਾਲਕ ਸਾਈਂ ਦੀ, ਉਹਦੇ ਮੁਤਾਬਕ ਅਸੀਂ ਇਸ ਸਿੱਖ ਦੇ ਦਰਸ਼ਨ ਕਰਨੇ ਆ। ਦਾਸ ਦਾ ਸਾਰਾ ਸਟ੍ਰੈਸ ਇਸ ਗੱਲ ਦੇ ਉੱਤੇ ਹੈ ਕਿ ਅਸੀਂ ਰੱਬ ਨੂੰ ਜਾਣਨਾ ਹੈ ਔਰ ਰੱਬ ਨੂੰ ਦੇਖਣਾ ਹੈ। ਸਾਨੂੰ ਇਹ ਗਿਆਨ ਹੋਣਾ ਚਾਹੀਦਾ ਹੈ, ਇਹ ਬ੍ਰਹਮ ਗਿਆਨ ਹੋਣਾ ਚਾਹੀਦਾ ਹੈ। ਜਦ ਸਾਨੂੰ ਇਹ ਬ੍ਰਹਮ ਗਿਆਨ ਹੋ ਜਾਏਗਾ, ਆਫਟਰ ਦੈਟ ਫਿਰ ਅਸੀਂ ਭਗਤੀ ਕਰੀਏ। ਫਿਰ ਭਗਤੀ ਕਰਨੀ ਇੰਨੀ ਕੁ ਆਸਾਨ ਹੋ ਜਾਏਗੀ ਕਿ ਫਿਰ ਭਗਤੀ ਵੀ ਔਖੀ ਨਹੀਂ ਰਹੇਗੀ। ਫਿਰ ਕਿਤੇ ਵੀ ਜੰਗਲਾਂ, ਬੇਲਿਆਂ 'ਚ, ਪਹਾੜਾਂ 'ਚ, ਕੁੰਦਰਾਂ 'ਚ ਜਾਣ ਦੀ ਕਿਤੇ ਕੋਈ ਲੋੜ ਨਹੀਂ। ਤੁਸੀਂ ਇੱਕ ਗ੍ਰਸਤੀ ਹੋ, ਗ੍ਰਸਤ ਵਿੱਚ ਰਹਿ ਕੇ ਆਪਣਾ ਜਿਹੜਾ ਜਦੋਂ ਤੁਸੀਂ ਰੱਬ ਨੂੰ ਦੇਖ ਲਿਆ, ਪਰਮਾਤਮਾ ਨੂੰ ਦੇਖ ਲਿਆ, ਇਹਦੀ ਰਜ਼ਾ 'ਚ ਰਹਿ ਕੇ ਜਦ ਤੁਸੀਂ ਚੱਲੋਗੇ, ਫਿਰ ਸਾਰੇ ਹੀ ਬੁਰੇ ਕਰਮਾਂ ਤੋਂ ਆਪਣੇ ਆਪ ਹੀ ਛੁਟਕਾਰਾ ਹੋ ਜਾਏਗਾ। ਫਿਰ ਤਮੋ ਬਿਰਤੀ 'ਚੋਂ ਉੱਠ ਕੇ ਰਜੋ 'ਚ, ਔਰ ਰਜੋ 'ਚੋਂ ਉੱਠ ਕੇ ਸਤੋ ਵਿੱਚ ਇੰਟਰ ਕਰ ਜਾਓਗੇ। ਦੇਖੋ ਜਿੰਨੇ ਵੀ ਇਹ ਧਰਮ ਗ੍ਰੰਥ ਨੇ, ਇਹ ਸਾਰੇ ਇਸ ਇੱਕ ਕੁਲ ਮਾਲਕ ਪ੍ਰਭੂ ਪਰਮੇਸ਼ਰ ਪਰਮਾਤਮਾ ਈਸ਼ਵਰ ਅੱਲਾਹ ਗੋਡ ਦੀ ਸਿਫਤ ਕਰ ਰਹੇ ਨੇ, ਇਹਦੀ ਹੀ ਗੱਲ ਕਰ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਧਰਮਾਂ ਵਾਲਿਆਂ ਨੇ ਆਪਣੀ ਧਰਮਾਂ ਦੀ ਪ੍ਰਕਿਰਿਆ ਬਣਾ ਲਈ ਹੈ, ਉਹਦੇ ਵਿੱਚ ਚੱਲ ਰਹੇ ਨੇ। ਹਿੰਦੂ ਧਰਮ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਹੀ ਅਗਰ ਲਈਏ ਤੇ ਉਹ ਮੂਰਤੀ ਪੂਜਾ ਲਈ ਮਨਾ ਕਰ ਰਹੇ ਨੇ, ਲੇਕਿਨ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਹੀ ਮੂਰਤੀਆਂ ਬਣਾ ਕੇ ਪੂਜਾ ਕੀਤੀ ਜਾਂਦੀ ਹੈ। ਇਹ ਤਾਂ ਇੱਕ ਧਰਮ ਦੀ ਪ੍ਰਕਿਰਿਆ ਹੋ ਗਈ ਨਾ। ਭਗਵਾਨ ਸ੍ਰੀ ਕ੍ਰਿਸ਼ਨ ਤਾਂ ਭਾਗਵਤ ਵਿੱਚ ਕਲੀਅਰ ਇਸੇ ਕਿ ਪਰਮਾਤਮਾ ਦੀ ਗੱਲ ਕਰ ਰਹੇ ਨੇ। ਜਿਹੜੇ ਆ ਸ਼ਲੋਕ ਮੈਂ 5-6 ਪੜ੍ਹ ਕੇ ਸੁਣਾਏ ਨੇ, ਦੇਖੋ ਇੱਥੇ ਕਿੱਧਰ ਨੂੰ ਗੱਲ ਜਾ ਰਹੀ ਹੈ। ਇੱਥੇ ਕੋਈ ਮੂਰਤੀ ਪੂਜਾ ਦੀ ਗੱਲ ਕੀਤੀ ਗਈ ਹੈ ਜਾਂ ਕਿਸੇ ਤਰ੍ਹਾਂ ਦੀ ਗੱਲ ਇਸ ਇੱਕ ਦੀ ਕੀਤੀ ਗਈ ਹੈ। ਐਜ ਇਟ ਇਜ਼ ਪੜ੍ਹ ਕੇ ਭਾਗਵਤ ਸੁਣਾਤੇ ਅਰਜਨ ਤੋਂ ਆਪਣੀਆਂ ਸਾਰੀਆਂ ਪਹਿਚਾਨਾਂ ਦੱਸ ਦਿੱਤੀਆਂ। ਆਪਣੀਆਂ ਸਾਰੀਆਂ ਪਹਿਚਾਨਾਂ ਪ੍ਰਭੂ ਪਰਮੇਸ਼ਰ ਪਰਮਾਤਮਾ ਨੇ ਦੱਸੀਆਂ ਨੇ ਭਾਗਵਤ ਤੇ ਐਜ ਇਟ ਇਜ਼ ਪੜ੍ਹ ਕੇ ਕ੍ਰਿਸ਼ਨ ਨੇ ਅਰਜਨ ਨੂੰ ਪੜ੍ਹ ਕੇ ਨਹੀਂ, ਕਿਉਂਕਿ ਭਗਵਾਨ ਸਨ, ਉਹ ਭਾਗਵਤ ਤੇ ਉਹਨਾਂ ਦੇ ਅੰਦਰ ਵਸਦੀ ਹੈ। ਉਹਨਾਂ ਨੇ ਬੋਲ ਕੇ ਇਹ ਭਾਗਵਤ ਤੇ ਅਰਜਨ ਨੂੰ ਸੁਣਾਤੀ। ਔਰ ਨਾਲ ਆਉਣ ਵਾਲੇ ਜਿਸ ਤਰ੍ਹਾਂ ਅਸੀਂ ਅੱਗੇ ਸੰਸਾਰੀ ਜੀਵ ਹਾਂ, ਇਹਨਾਂ ਲਈ ਇੱਕ ਆਸਾਨੀ ਹੋ ਗਈ, ਕਿਉਂਕਿ ਭਾਗਵਤ ਜੋ ਹੈ, ਭਾਗਵਤ ਗੀਤਾ ਜੋ ਹੈ, ਇਹ ਇਨਸਾਨ ਦੀ ਲਾਈਫ ਦਾ ਮੈਨੂਅਲ ਹੈ, ਜ਼ਿੰਦਗੀ ਦਾ ਮੈਨੂਅਲ ਹੈ, ਜ਼ਿੰਦਗੀ ਦਾ ਇੱਕ ਕੁੰਜੀ ਇਹ ਹੈ। ਜਿਹਨੇ ਇਹ ਭਾਗਵਤ ਗੀਤਾ ਸਮਝ ਲਈ ਉਹ ਬਹੁਤ ਆਸਾਨ ਹੋ ਜਾਏਗਾ। ਦੇਖੋ ਸਾਰੇ ਧਰਮਾਂ ਦੀ ਗੱਲ ਦੱਸ ਕਰਦਾ ਹੈ। ਜੇ ਬਾਈਬਲ ਦੀ ਗੱਲ ਕਰੀਏ ਆਪਾਂ, ਤਾਂ ਬਾਈਬਲ ਦਾ ਇੱਕ ਮੇਨ ਜੋ ਦਾਸ ਨੇ ਦੇਖਿਆ ਹੈਗਾ ਹੈ ਕਿ ਉਹ ਸਭ ਤੋਂ ਪਹਿਲਾਂ ਇੱਕ ਵਧੀਆ ਸੰਸਾਰੀ ਬਣਨ ਲਈ ਸਾਨੂੰ ਇੰਡੀਕੇਟ ਕਰ ਰਹੀ ਹੈ ਕਿ ਵਧੀਆ ਸੰਸਾਰੀ ਬਣੋ। ਕਹਿਣ ਦਾ ਮਤਲਬ ਇਹ ਹੈ ਕਿ ਤਮੋ ਗੁਣ ਚੋਂ ਉੱਠ ਕੇ ਰਜੋ ਵਿੱਚ ਆਓ, ਵਧੀਆ ਰਸ ਤੁਹਾਡਾ ਰਾਜਸੀ ਜੀਵਨ ਹੋਏ। ਤੁਸੀਂ ਬਿਲਕੁਲ ਇਸ ਜੋ ਸਾਡਾ ਸੰਵਿਧਾਨ ਹੈ ਇਹਦੇ ਵਿੱਚ ਬਿਲਕੁਲ ਵਧੀਆ ਤਰੀਕੇ ਨਾਲ ਚੱਲ ਰਹੇ ਹੋ, ਅੱਛਾ ਖਾਸਾ ਜੀਵਨ ਵਧੀਆ ਬਤੀਤ ਕਰ ਰਹੇ ਹੋ, ਹਰ ਸੁੱਖ ਸੁਵਿਧਾ ਇਸ ਸੰਸਾਰ ਦੀ ਤੁਹਾਡੇ ਕੋਲ ਹੈ। ਆਫਟਰ ਦੈਟ ਫਿਰ ਤੁਸੀਂ ਵਧੀਆ ਪਰਮਾਰਥੀ ਬਣ ਸਕਦੇ ਹੋ।